ਰਾਜਸਥਾਨ ਦਾ ਕਿਲਾ ਜੈਗੜ ਜੋ ਕਿ ਆਪਣੇ ਕੀਮਤੀ ਖਜ਼ਾਨੇ ਲਈ ਜਾਣਿਆ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਜਦੋਂ ਭਾਰਤ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਸੀ ਤਾਂ ਇੰਦਰਾ ਗਾਂਧੀ ਨੇ ਇਹ ਕਿਲੇ ਵਿੱਚੋਂ ਖੁਦਾਈ ਕਰਵਾ ਕੇ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਸਨੇ ਫੌਜ ਦੀ ਵੀ ਮਦਦ ਲਈ ਸੀ। ਜੈਪੁਰ ਤੋਂ ਕਰੀਬ 14 ਕਿਲੋਮੀਟਰ ਦੂਰ ਬਣੇ ਕਿਲੇ ਜੈਗੜ ਨਾਲ ਇਹੋ ਜਿਹੀਆਂ ਕਈ ਰਹੱਸਮਈ ਘਟਨਾਵਾਂ ਜੁੜੀਆਂ ਹੋਈਆਂ ਨੇ। ਕਿਹਾ ਜਾਂਦਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਵੀ ਇਹੀ ਕਿਲੇ ਵਿੱਚ ਰੱਖੀ ਗਈ ਹੈ। ਇਹ ਕਿਲੇ ਵਿੱਚ ਬਹੁਤ ਸਾਰਾ ਖਜ਼ਾਨਾ ਦੱਬਿਆ ਹੋਇਆ ਸੀ ਤੇ ਇੱਥੋਂ ਖਜ਼ਾਨਾ ਲੱਭਣ ਲਈ ਇੰਦਰਾ ਗਾਂਧੀ ਨੇ ਫੌਜ ਦੀ ਇੱਕ ਯੂਨਿਟ ਨੂੰ ਜ਼ਿੰਮੇਵਾਰੀ ਸੌਂਪੀ ਸੀ, ਜਿਸ ਨੇ ਕਈ ਮਹੀਨਿਆਂ ਤੱਕ ਇਹ ਕਿਲੇ ਵਿੱਚ ਖੁਦਾਈ ਕੀਤੀ। ਉਦੋਂ ਇੰਦਰਾ ਗਾਂਧੀ ਦੀ ਸਲਾਹ ਤੇ ਭਾਰਤ ਦੇ ਰਾਸ਼ਟਰਪਤੀ ਨੇ ਦੇਸ਼ ਭਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੋਈ ਸੀ। ਇਹ ਸਾਰੀ ਘਟਨਾ ਤੋਂ ਬਾਅਦ ਇੰਦਰਾ ਗਾਂਧੀ ਸਰਕਾਰ ਕਾਫੀ ਵਿਵਾਦਾਂ ਵਿੱਚ ਆ ਗਈ ਸੀ। ਲੋਕਾਂ ਦਾ ਤੇ ਓਪੋਜੀਸ਼ਨ ਪਾਰਟੀ ਦਾ ਇਹ ਇਲਜ਼ਾਮ ਸੀ ਕਿ ਸਰਕਾਰ ਨੇ ਜੈਗੜ ਕਿਲੇ ਵਿੱਚ ਖੁਦਾਈ ਕਰਵਾਈ, ਖਜ਼ਾਨਾ ਲੱਭਿਆ ਤੇ ਅਚਾਨਕ ਰਾਜਸਥਾਨ ਦਿੱਲੀ ਹਾਈਵੇ ਬੰਦ ਕੀਤਾ ਗਿਆ ਤੇ ਖਜ਼ਾਨੇ ਦੇ ਟਰੱਕ ਭਰ ਕੇ ਦਿੱਲੀ ਲਿਆਂਦੇ ਗਏ। ਪਰ ਸਰਕਾਰ ਦਾ ਕਹਿਣਾ ਇਹ ਸੀ ਕਿ ਉਹਨਾਂ ਨੂੰ ਜੈਗੜ ਕਿਲੇ ਵਿੱਚੋਂ ਖਜ਼ਾਨੇ ਵਰਗਾ ਕੁਝ ਵੀ ਨਹੀਂ ਮਿਲਿਆ। ਇੰਦਰਾ ਗਾਂਧੀ ਸਰਕਾਰ ਦੇ ਇਹ ਐਕਸ਼ਨ ਤੇ ਪਾਕਿਸਤਾਨ ਦੀ ਵੀ ਪੂਰੀ ਨਜ਼ਰ ਸੀ। ਜੈਗੜ ਕਿਲੇ ਵਿੱਚੋਂ ਖਜ਼ਾਨਾ ਲੱਭਣ ਵਾਲੇ ਆਪਰੇਸ਼ਨ ਵਿੱਚ ਪਾਕਿਸਤਾਨ ਦੀ ਐਂਟਰੀ ਕਿਵੇਂ ਹੁੰਦੀ ਹੈ ਤੇ ਖਜ਼ਾਨਾ ਮਿਲਦਾ ਜਾਂ ਨਹੀਂ, ਕੀ ਹੈ ਪੂਰੀ ਕਹਾਣੀ, ਤਾਂ ਆਓ ਜਾਣਦੇ ਹਾਂ। ਇਹ ਕਿਲੇ ਦੀ ਉਸਾਰੀ ਸੂਬਾਈ ਜੈ ਸਿੰਘ ਨੇ 18ਵੀਂ ਸਦੀ ਵਿੱਚ ਮੁਕੰਮਲ ਕਰਵਾਈ ਸੀ, ਜਿਸ ਤੋਂ ਬਾਅਦ ਇਹਦਾ ਨਾਂ ਜੈਗੜ ਪੈ ਗਿਆ। ਦੇਸ਼ ਭਰ ਵਿੱਚ ਜੈਗੜ ਕਿਲਾ ਆਪਣੀ ਸੁੰਦਰਤਾ ਤੇ ਸ਼ਾਨਦਾਰ ਬਣਤਰ ਲਈ ਵੀ ਮਸ਼ਹੂਰ ਹੈ, ਪਰ ਇਹਦੇ ਨਾਲ ਹੀ ਇਹ ਕਿਲਾ ਆਪਣੇ ਵਿੱਚ ਦੱਬੇ ਹੋਏ ਖਜ਼ਾਨੇ ਦੀ ਖੁਦਾਈ ਕਰਨ ਲਈ ਕਾਫੀ ਸੁਰਖੀਆਂ ਵਿੱਚ ਰਿਹਾ। ਇੰਦਰਾ ਗਾਂਧੀ ਨੇ ਜੈਗੜ ਕਿਲੇ ਵਿੱਚੋਂ ਖਜ਼ਾਨਾ ਲੱਭਣਾ ਚਾਹਿਆ, ਇਹ ਤਾਂ ਠੀਕ ਹੈ, ਪਰ ਇੱਥੇ ਇੰਨਾ ਖਜ਼ਾਨਾ ਆਇਆ ਕਿੱਥੋਂ? ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਰਾਜਾ ਮਾਨ ਸਿੰਘ ਪਹਿਲੇ ਜੋ ਕਿ ਮੁਗਲ ਬਾਦਸ਼ਾਹ ਅਕਬਰ ਦੇ ਬੜੇ ਖਾਸ ਸੀ ਤੇ ਅਕਬਰ ਦੇ ਕਹਿਣ ਤੇ ਹੀ ਉਹਨਾਂ ਨੇ ਅਫਗਾਨਿਸਤਾਨ ਦੇ ਕਈ ਇਲਾਕਿਆਂ ਤੇ ਹਮਲਾ ਕੀਤਾ ਸੀ, ਜਿੱਥੋਂ ਉਹਨਾਂ ਨੂੰ ਬੜੀ ਧਨ ਦੌਲਤ ਮਿਲੀ ਤੇ ਉਹ ਸਾਰੀ ਦੌਲਤ ਇਕੱਠੀ ਕਰਕੇ ਭਾਰਤ ਲੈ ਆਏ ਸੀ। ਰਾਜਾ ਮਾਨ ਸਿੰਘ ਨੇ ਇਹ ਖਜ਼ਾਨਾ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਆਪਣੇ ਕੋਲ ਹੀ ਰੱਖ ਲਿਆ ਸੀ। ਕਿਹਾ ਜਾਂਦਾ ਕਿ ਖਜ਼ਾਨਾ ਇੰਨਾ ਜ਼ਿਆਦਾ ਸੀ ਕਿ ਜਦੋਂ ਜੈਗੜ ਕਿਲੇ ਦਾ ਨਿਰਮਾਣ ਹੋਇਆ ਤਾਂ ਕਿਲੇ ਦੇ ਹੇਠਾਂ ਬਣੇ ਪਾਣੀ ਦੇ ਵੱਡੇ ਟੈਂਕਰਾਂ ਵਿੱਚ ਇਹ ਸਾਰਾ ਖਜ਼ਾਨਾ ਛੁਪਾ ਕੇ ਰੱਖਿਆ ਗਿਆ ਸੀ। ਪਰ ਉਸ ਤੋਂ ਵੀ ਪਹਿਲਾਂ ਰਾਜਾ ਮਾਨ ਸਿੰਘ ਨੇ ਨਾਂਗਲ ਪਿੰਡ ਦੇ ਇੱਕ ਬੰਦੇ ਦੀ ਮਦਦ ਲਈ ਸੀ ਇਹ ਸਾਰਾ ਖਜ਼ਾਨਾ ਛੁਪਾਉਣ ਲਈ। ਉਸ ਦੀ ਦੇਖਰੇਖ ਵਿੱਚ ਹੀ ਸੋਨਾ, ਚਾਂਦੀ, ਹੀਰੇ ਤੇ ਹੋਰ ਵੀ ਬੜਾ ਕੀਮਤੀ ਖਜ਼ਾਨਾ ਅਕਬਰ ਤੋਂ ਸੁਰੱਖਿਅਤ ਰੱਖਿਆ ਗਿਆ ਸੀ। ਦੱਸ ਦਈਏ ਕਿ ਜਿਹੜੀ ਜਗ੍ਹਾ ਤੇ ਇਹ ਖਜ਼ਾਨਾ ਛੁਪਾਇਆ ਗਿਆ ਸੀ ਉਹ ਜਗ੍ਹਾ ਚੀਲਕਾ ਟੀਲਾ ਨਾਮ ਨਾਲ ਮਸ਼ਹੂਰ ਹੈ। ਇਹ ਕਿਲੇ ਬਾਰੇ ਇੱਕ ਗੱਲ ਹੋਰ ਵੀ ਕਾਫੀ ਮਸ਼ਹੂਰ ਹੈ ਕਿ 18ਵੀਂ ਸਦੀ ਵਿੱਚ ਜਦੋਂ ਦੇਸ਼ ਭਰ ਵਿੱਚ ਤੋਪਾਂ ਬਣਾਉਣ ਦਾ ਕੋਈ ਵੀ ਕਾਰਖਾਨਾ ਨਹੀਂ ਸੀ ਤਾਂ ਉਦੋਂ ਜੈਪੁਰ ਦੇ ਜੈਗੜ ਕਿਲੇ ਵਿੱਚ ਕਣਕ ਦੀ ਤੂੜੀ ਤੇ ਮਿੱਟੀ ਨੂੰ ਢਾਲ ਕੇ ਤੋਪਾਂ ਬਣਾਈਆਂ ਜਾਂਦੀਆਂ ਸੀ, ਜਿਸ ਦੇ ਸਬੂਤ ਅੱਜ ਵੀ ਮਿਲਦੇ ਨੇ। ਤਾਂ ਵਾਪਸ ਉਹੀ ਕਹਾਣੀ ਤੇ ਆਉਣੇ ਆ। ਕਿਹਾ ਜਾਂਦਾ ਕਿ ਅਰਬੀ ਦੀ ਇੱਕ ਕਿਤਾਬ ਹੈ ਤਿਲਸਮਤ ਏ ਅੰਬਰੀ, ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਰਾਜਸਥਾਨ ਦੇ ਜੈਗੜ ਕਿਲੇ ਵਿੱਚ ਪਾਣੀ ਦੇ 7 ਟੈਂਕਰਾਂ ਵਿੱਚ ਇਹ ਖਜ਼ਾਨਾ ਛੁਪਾਇਆ ਗਿਆ ਸੀ ਤੇ ਇਹ ਵੀ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਨੂੰ ਇਹ ਕਿਤਾਬ ਦੇ ਹਵਾਲੇ ਤੋਂ ਹੀ ਖਜ਼ਾਨੇ ਬਾਰੇ ਜਾਣਕਾਰੀ ਮਿਲੀ ਸੀ, ਪਰ ਇਹ ਗੱਲ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਗੱਲ 1975-76 ਦੀ ਹੈ, ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਲਾਹ ਤੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ 25 ਜੂਨ 1975 ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ। ਇਹ ਦਿਨਾਂ ਨੂੰ ਭਾਰਤ ਵਿੱਚ ਐਮਰਜੈਂਸੀ ਦੇ ਕਾਲੇ ਦਿਨ ਵੀ ਕਿਹਾ ਜਾਂਦਾ ਹੈ, ਕਿਉਂਕਿ ਭਾਰਤ ਵਿੱਚ ਸਿਰਫ 3 ਹੀ ਕਾਰਨ ਨੇ ਜਿਨ੍ਹਾਂ ਕਰਕੇ ਐਮਰਜੈਂਸੀ ਲਗਾਈ ਜਾ ਸਕਦੀ ਹੈ। ਪਹਿਲਾ ਇਹ ਕਿ ਜੇਕਰ ਭਾਰਤ ਕਿਸੇ ਹੋਰ ਦੇਸ਼ ਨਾਲ ਲੜਾਈ ਤੇ ਜਾਵੇ, ਦੂਸਰਾ ਕਾਰਨ ਇਹ ਕਿ ਜੇਕਰ ਕੋਈ ਹੋਰ ਦੇਸ਼ ਭਾਰਤ ਤੇ ਹਮਲਾ ਕਰ ਦੇਵੇ, ਤੇ ਐਮਰਜੈਂਸੀ ਦਾ ਤੀਜਾ ਕਾਰਨ ਇਹ ਹੈ ਕਿ ਜੇਕਰ ਦੇਸ਼ ਵਿੱਚ ਹੀ ਕੋਈ ਬਗਾਵਤ ਚੱਲ ਰਹੀ ਹੋਵੇ। ਤਾਂ 1975 ਦੀ ਐਮਰਜੈਂਸੀ ਵਿੱਚ ਇਹ ਤੀਸਰਾ ਕਾਰਨ ਦੱਸਿਆ ਗਿਆ ਸੀ, ਕਿਉਂਕਿ 1971 ਵਿੱਚ ਲੋਕ ਸਭਾ ਇਲੈਕਸ਼ਨ ਹੋਏ ਸੀ, ਜਿਸ ਦੇ ਵਿੱਚ ਇੰਦਰਾ ਗਾਂਧੀ ਨੂੰ ਚੋਣਾਂ ਵਿੱਚ ਗੜਬੜੀ ਕਰਕੇ ਜਿੱਤਣ ਦੇ ਆਰੋਪ ਲਗਾਏ ਗਏ ਤੇ ਇਲਾਹਾਬਾਦ ਕੋਰਟ ਨੇ ਇੰਦਰਾ ਗਾਂਧੀ ਨੂੰ ਦੋਸ਼ੀ ਵੀ ਠਹਿਰਾਇਆ ਸੀ। ਤਾਂ ਬਹੁਤ ਸਾਰੇ ਲੋਕ ਇੰਦਰਾ ਗਾਂਧੀ ਦਾ ਸਾਥ ਵੀ ਦੇ ਰਹੇ ਸੀ ਤੇ ਬਹੁਤ ਸਾਰੇ ਲੋਕ ਤੇ ਓਪੋਜੀਸ਼ਨ ਪਾਰਟੀਆਂ ਸੜਕਾਂ ਤੇ ਉਤਰ ਕੇ ਇੰਦਰਾ ਗਾਂਧੀ ਦਾ ਵਿਰੋਧ ਵੀ ਕਰ ਰਹੀਆਂ ਸੀ। ਤਾਂ ਜਿਵੇਂ ਹੀ ਐਮਰਜੈਂਸੀ ਲਗਾਈ ਗਈ ਤਾਂ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ, ਕਈ ਐਂਟੀ ਪਾਰਟੀ ਦੇ ਲੀਡਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਆਪਣੀ ਮਰਜ਼ੀ ਨਾਲ ਖਬਰਾਂ ਛਾਪਣ ਤੇ ਵੀ ਪਾਬੰਦੀ ਕੀਤੀ ਗਈ। ਕਿਹਾ ਜਾਂਦਾ ਕਿ ਦਿੱਲੀ ਦੀ ਇੱਕ ਪ੍ਰਿੰਟਿੰਗ ਪ੍ਰੈਸ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਤਾਂ ਕਿ ਕੋਈ ਵੀ ਖਬਰ ਨਾ ਛਪ ਸਕੇ। ਕਿਸੇ ਵੀ ਤਰ੍ਹਾਂ ਦੇ ਧਰਨੇ ਲਗਾਉਣ ਤੇ ਪਾਬੰਦੀ ਲਗਾਈ ਗਈ। ਕਿਹਾ ਜਾਂਦਾ ਕਿ ਲੋਕਾਂ ਦੇ ਬੁਨਿਆਦੀ ਅਧਿਕਾਰ ਵੀ ਖੋਹ ਲਏ ਗਏ ਸੀ। ਇਸੇ ਲਈ ਉਦੋਂ ਕਈ ਜਗ੍ਹਾ ਤੇ ਇੰਦਰਾ ਗਾਂਧੀ ਨੂੰ ਇੱਕ ਤਾਨਾਸ਼ਾਹ ਵੀ ਕਿਹਾ ਗਿਆ। ਜੇਕਰ ਤੁਸੀਂ ਕਹੋਗੇ ਤਾਂ 1975 ਦੀ ਐਮਰਜੈਂਸੀ ਤੇ ਇੱਕ ਅਲੱਗ ਵੀਡੀਓ ਲੈ ਕੇ ਆਵਾਂਗੇ। ਹੁਣ ਵਾਪਸ ਉਹੀ ਮੁੱਦੇ ਤੇ ਆਉਣੇ ਆ। ਜਦੋਂ ਇਹ ਐਮਰਜੈਂਸੀ ਦੇ ਦਿਨ ਚੱਲ ਰਹੇ ਸੀ ਤਾਂ ਇੰਦਰਾ ਗਾਂਧੀ ਦੇ ਛੋਟੇ ਬੇਟੇ ਸੰਜੇ ਗਾਂਧੀ ਦੀ ਪੂਰੀ ਤੂਤੀ ਬੋਲਦੀ ਸੀ। ਉਹ ਲੋਕ ਸਭਾ ਮੈਂਬਰ ਤੇ ਸੰਸਦ ਵੀ ਰਹਿ ਚੁੱਕੇ ਸੀ। ਜਦੋਂ ਜੈਗੜ ਕਿਲੇ ਵਿੱਚ ਖਜ਼ਾਨੇ ਦੀ ਭਾਲ ਲਈ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਕਿਹਾ ਜਾਂਦਾ ਕਿ ਉਦੋਂ ਪਹਿਲਾਂ ਸਰਕਾਰੀ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਚਲਾਈ ਤੇ ਖਜ਼ਾਨੇ ਦੀ ਭਾਲ ਕੀਤੀ। ਉਹਨਾਂ ਨੂੰ ਸਫਲਤਾ ਨਹੀਂ ਮਿਲੀ ਤਾਂ ਬਾਅਦ ਵਿੱਚ ਫੌਜ ਦੀ ਵੀ ਸਹਾਇਤਾ ਲਈ ਗਈ। ਇਹ ਦਿਨਾਂ ਦੌਰਾਨ ਜੈਪੁਰ ਵਿੱਚ ਇਹ ਗੱਲ ਆਮ ਹੋ ਗਈ ਸੀ ਕਿ ਜੈਗੜ ਕਿਲੇ ਵਿੱਚੋਂ ਖਜ਼ਾਨੇ ਦੀ ਭਾਲ ਕੀਤੀ ਜਾ ਰਹੀ ਹੈ ਤੇ ਸਾਰਾ ਕੁਝ ਸੰਜੇ ਗਾਂਧੀ ਦੀ ਨਿਗਰਾਨੀ ਵਿੱਚ ਹੋ ਰਿਹਾ ਹੈ ਤੇ ਸਾਰਾ ਖਜ਼ਾਨਾ ਇੰਦਰਾ ਗਾਂਧੀ ਲੈ ਜਾਵੇਗੀ। ਇੱਕ ਦਿਨ ਅਚਾਨਕ ਸੰਜੇ ਗਾਂਧੀ ਸਾਂਗਾਨੇਰ 에ਅਰਪੋਰਟ ਤੇ ਆਪਣਾ ਜਹਾਜ਼ ਲੈ ਕੇ ਪਹੁੰਚੇ, ਜੋ ਕਿ ਜੈਗੜ ਤੋਂ ਮਹਿਜ 27 ਕਿਲੋਮੀਟਰ ਦੂਰ ਹੈ। ਤਾਂ ਇਹ ਗੱਲ ਨੇ ਹੋਰ ਜ਼ੋਰ ਫੜ ਲਿਆ ਤੇ ਕਿਹਾ ਜਾਣ ਲੱਗਿਆ ਕਿ ਜੈਗੜ ਕਿਲੇ ਵਿੱਚੋਂ ਖਜ਼ਾਨਾ ਮਿਲ ਗਿਆ ਤੇ ਸੰਜੇ ਗਾਂਧੀ ਆਪਣਾ ਹਵਾਈ ਜਹਾਜ਼ ਲੈ ਕੇ ਖਜ਼ਾਨਾ ਲਿਜਾਣ ਲਈ ਪਹੁੰਚੇ ਨੇ। ਇਸੇ ਦੌਰਾਨ ਜਦੋਂ ਫੌਜ ਦੇ ਕਈ ਉੱਚ ਅਧਿਕਾਰੀਆਂ ਨੇ ਕਿਲੇ ਦਾ ਨਿਰੀਖਣ ਕਰਨ ਲਈ ਹੈਲੀਕਾਪਟਰ ਨਾਲ ਕਿਲੇ ਦੇ ਆਲੇ ਦੁਆਲੇ ਗੇੜਾ ਲਾਇਆ ਤਾਂ ਇੱਕ ਹੋਰ ਗੱਲ ਉੱਡੀ ਕਿ ਜੈਗੜ ਕਿਲੇ ਵਿੱਚੋਂ ਖਜ਼ਾਨੇ ਦਾ ਭੰਡਾਰ ਮਿਲਿਆ ਹੈ। ਇਹ ਵੀ ਕਿਹਾ ਜਾਣ ਲੱਗਿਆ ਕਿ ਫੌਜ ਦੇ ਹੈਲੀਕਾਪਟਰ ਖਜ਼ਾਨਾ ਲਿਜਾਣ ਲਈ ਵਰਤੇ ਜਾ ਰਹੇ ਨੇ। ਉਦੋਂ ਇਹ ਗੱਲਾਂ ਪੂਰੀ ਚਰਚਾ ਵਿੱਚ ਸੀ, ਪਰ ਅਸਲੀਅਤ ਕੀ ਹੈ ਇਹਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ। ਸ਼ੁਰੂਆਤ ਵਿੱਚ ਇਹ ਖੁਦਾਈ ਗੁਪਤ ਚੱਲ ਰਹੀ ਸੀ, ਪਰ ਹੌਲੀ-ਹੌਲੀ ਇਹ ਗੱਲ ਬਾਰੇ
ਸਭ ਨੂੰ ਪਤਾ ਲੱਗ ਚੁੱਕਿਆ ਸੀ। ਖੁਦਾਈ ਦਾ ਕੰਮ ਕਈ ਮਹੀਨਿਆਂ ਤੱਕ ਚੱਲਿਆ ਸੀ। ਇਹ ਉਹੀ ਖਜ਼ਾਨਾ ਸੀ ਜੋ ਰਾਜਾ ਮਾਨ ਸਿੰਘ ਨੇ ਅਫਗਾਨਿਸਤਾਨ ਤੋਂ ਭਾਰਤ ਲਿਆਂਦਾ ਸੀ। ਇਨਕਮ ਟੈਕਸ ਵਿਭਾਗ ਨੇ ਜੈਪੁਰ ਦੇ ਸ਼ਾਹੀ ਮਹਿਲਾਂ ਤੇ ਛਾਪੇਮਾਰੀ ਕੀਤੀ। ਜਦੋਂ ਇੰਦਰਾ ਗਾਂਧੀ ਇਹ ਘਟਨਾ ਨੂੰ ਅੰਜਾਮ ਦੇ ਰਹੀ ਸੀ ਤਾਂ ਉਦੋਂ ਜੈਗੜ੍ਹ ਕਿਲੇ ਦੇ ਪ੍ਰਤੀਨਿਧੀ ਸਵਾਈ ਜੈ ਸਿੰਘ ਦੂਸਰੇ ਤੇ ਉਹਨਾਂ ਦੀ ਪਤਨੀ ਗਾਇਤਰੀ ਦੇਵੀ ਸੀ। ਕਿਹਾ ਜਾਂਦਾ ਕਿ ਇਹ ਦੋਵੇਂ ਹੀ ਉਦੋਂ ਕਾਂਗਰਸ ਦੇ ਕੱਟੜ ਵਿਰੋਧੀ ਸੀ। ਗਾਇਤਰੀ ਦੇਵੀ ਤਾਂ ਜੈਪੁਰ ਤੋਂ 3 ਵਾਰ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਲੋਕ ਸਭਾ ਮੈਂਬਰ ਬਣ ਚੁੱਕੀ ਸੀ। ਇਸੇ ਲਈ ਉਦੋਂ ਇਹ ਸ਼ਾਹੀ ਪਰਿਵਾਰ ਦੇ ਕਾਂਗਰਸ ਪਾਰਟੀ ਨਾਲ ਸੰਬੰਧ ਬਹੁਤ ਖਰਾਬ ਹੋ ਗਏ ਸੀ। ਜਦੋਂ ਐਮਰਜੈਂਸੀ ਲਗਾਈ ਗਈ ਤੇ ਜੈਗੜ੍ਹ ਕਿਲੇ ਵਿੱਚੋਂ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਗਾਇਤਰੀ ਦੇਵੀ ਨੇ ਇਹ ਚੀਜ਼ ਦਾ ਸਖਤ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਇੱਥੇ ਕੋਈ ਵੀ ਖਜ਼ਾਨਾ ਨਹੀਂ ਛੁਪਾਇਆ ਗਿਆ। ਹੁਣ ਗਾਇਤਰੀ ਦੇਵੀ ਇੰਦਰਾ ਗਾਂਧੀ ਦੇ ਇਹ ਮਿਸ਼ਨ ਵਿੱਚ ਡਿੱਕਾ ਬਣ ਰਹੀ ਸੀ ਤਾਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਜੈਪੁਰ ਦੇ ਸ਼ਾਹੀ ਪਰਿਵਾਰ ਦੀ ਜਾਇਦਾਦ ਬਾਰੇ ਜਾਂਚ ਕਰਨ ਦੇ ਹੁਕਮ ਦਿੱਤੇ। ਕਿਹਾ ਇਹ ਵੀ ਜਾਂਦਾ ਕਿ ਗਾਇਤਰੀ ਦੇਵੀ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੇ ਉਹਨਾਂ ਨੂੰ 6 ਮਹੀਨੇ ਤੱਕ ਰੱਖਿਆ ਗਿਆ। ਪਹਿਲਾਂ ਸਰਕਾਰ ਦੀਆਂ ਕਈ ਏਜੰਸੀਆਂ ਨੇ ਕਿਲੇ ਵਿੱਚ ਖੁਦਾਈ ਕਰਕੇ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕੀਤੀ। ਕਿਹਾ ਜਾਂਦਾ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਤਾਂ ਬਾਅਦ ਵਿੱਚ ਇਹ ਮਿਸ਼ਨ ਪੂਰਾ ਕਰਨ ਲਈ ਫੌਜ ਦੀ ਮਦਦ ਲਈ ਗਈ। ਕਈ ਮਹੀਨਿਆਂ ਤੱਕ ਜੈਗੜ੍ਹ ਕਿਲੇ ਵਿੱਚ ਖਜ਼ਾਨਾ ਲੱਭਣ ਲਈ ਖੁਦਾਈ ਦਾ ਕੰਮ ਚੱਲਦਾ ਰਿਹਾ, ਪਰ ਇੱਕ ਦਿਨ ਅਚਾਨਕ ਇੰਦਰਾ ਗਾਂਧੀ ਨੇ ਖੁਦਾਈ ਦਾ ਕੰਮ ਬੰਦ ਕਰਨ ਲਈ ਕਿਹਾ। ਜਿਸ ਦਿਨ ਇੰਦਰਾ ਗਾਂਧੀ ਨੇ ਖੁਦਾਈ ਬੰਦ ਕਰਵਾਈ ਤਾਂ ਅਗਲੇ ਦਿਨ ਹੀ ਅਚਾਨਕ ਰਾਜਸਥਾਨ ਤੋਂ ਦਿੱਲੀ ਹਾਈਵੇ ਬੰਦ ਕਰ ਦਿੱਤਾ ਗਿਆ। ਕਿਹਾ ਜਾਂਦਾ ਕਿ ਬਿਨਾਂ ਕਾਰਨ ਤੋਂ ਇਹ ਹਾਈਵੇ ਬੰਦ ਕੀਤਾ ਗਿਆ ਸੀ ਤੇ ਹਾਈਵੇ ਤੇ ਸਿਰਫ ਮਿਲਟਰੀ ਟੈਂਕ ਹੀ ਨਜ਼ਰ ਆ ਰਹੇ ਸੀ। ਲੋਕਾਂ ਨੇ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਜੈਗੜ੍ਹ ਕਿਲੇ ਵਿੱਚੋਂ ਬਹੁਤ ਸਾਰਾ ਖਜ਼ਾਨਾ ਮਿਲਿਆ, ਜਿਸ ਨੂੰ ਸਰਕਾਰ ਨੇ ਮਿਲਟਰੀ ਟੈਂਕਾਂ ਵਿੱਚ ਭਰ ਕੇ ਦਿੱਲੀ ਲਿਆਂਦਾ। ਪਰ ਇਧਰ ਸਰਕਾਰ ਕਹਿ ਰਹੀ ਸੀ ਕਿ ਉਹਨਾਂ ਨੂੰ ਖਜ਼ਾਨੇ ਦੇ ਨਾਮ ਤੇ ਕੁਝ ਖਾਸ ਨਹੀਂ ਮਿਲਿਆ। ਇਹ ਵੀ ਕਿਹਾ ਜਾਂਦਾ ਕਿ 230 ਕਿਲੋ ਚਾਂਦੀ ਤੇ ਚਾਂਦੀ ਦਾ ਹੋਰ ਸਮਾਨ ਮਿਲਿਆ ਸੀ, ਜਿਸ ਦੀ ਪੂਰੀ ਲਿਸਟ ਬਣਾ ਕੇ ਜੈਪੁਰ ਦੇ ਸ਼ਾਹੀ ਪਰਿਵਾਰ ਨੂੰ ਦਿਖਾਈ ਗਈ। ਉਹਨਾਂ ਦੇ ਦਸਤਖਤ ਲਏ ਗਏ ਤੇ ਸਾਰੀਆਂ ਚੀਜ਼ਾਂ ਨੂੰ ਸੀਲ ਕਰਕੇ ਦਿੱਲੀ ਲਿਆਂਦਾ ਗਿਆ। ਬਹੁਤ ਲੋਕਾਂ ਨੇ ਤਰਕ ਦੇ ਆਧਾਰ ਤੇ ਇਹ ਗੱਲਾਂ ਕਹੀਆਂ ਨੇ, ਪਰ ਅੱਜ ਤੱਕ ਇਹ ਗੱਲਾਂ ਦੀ ਅਧਿਕਾਰਕ ਪੁਸ਼ਟੀ ਕਿਸੇ ਨੇ ਨਹੀਂ ਕੀਤੀ। ਹੁਣ ਇੱਥੇ ਲੋਕਾਂ ਵਿੱਚ ਇਹ ਗੱਲ ਪੂਰੀ ਫੈਲ ਚੁੱਕੀ ਸੀ ਕਿ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਨੇ ਬਹੁਤ ਸਾਰਾ ਖਜ਼ਾਨਾ ਲਿਆ ਕੇ ਦਿੱਲੀ ਦੀ ਇੱਕ ਛਾਉਣੀ ਵਿੱਚ ਰੱਖਿਆ ਹੈ, ਪਰ ਇਹ ਗੱਲਾਂ ਦੀ ਅਸਲੀਅਤ ਬਾਰੇ ਕੋਈ ਨਹੀਂ ਜਾਣਦਾ ਸੀ। ਖਜ਼ਾਨੇ ਬਾਰੇ ਤਾਂ ਰਹੱਸ ਬਣੀ ਹੋਇਆ ਸੀ। ਹੁਣ ਇੱਥੇ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। 11 ਅਗਸਤ 1976 ਨੂੰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜ਼ੁਲਫੀਕਾਰ ਅਲੀ ਭੁੱਟੋ ਨੇ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਲਿਖੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤੁਹਾਡੀ ਸਰਕਾਰ ਜੈਗੜ੍ਹ ਕਿਲੇ ਵਿੱਚ ਖਜ਼ਾਨੇ ਦੀ ਭਾਲ ਲਈ ਖੁਦਾਈ ਦਾ ਕੰਮ ਕਰ ਰਹੀ ਹੈ, ਤਾਂ ਜੇਕਰ ਖਜ਼ਾਨਾ ਮਿਲਦਾ ਹੈ ਤਾਂ ਉਹਦੇ ਵਿੱਚ ਪਾਕਿਸਤਾਨ ਹਿੱਸਾ ਲੈਣ ਦਾ ਪੂਰਾ ਹੱਕਦਾਰ ਹੋਵੇਗਾ। ਨਾਲ ਹੀ ਕਿਹਾ ਗਿਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ ਤਾਂ ਅਣਵੰਡੇ ਭਾਰਤ ਨੂੰ ਕਿਸੇ ਵੀ ਖਜ਼ਾਨੇ ਜਾਂ ਧਨ ਦੌਲਤ ਦੀ ਜਾਣਕਾਰੀ ਨਹੀਂ ਸੀ। ਹੁਣ ਖੁਦਾਈ ਦਾ ਕੰਮ ਚੱਲ ਰਿਹਾ ਤਾਂ ਜੇਕਰ ਖਜ਼ਾਨਾ ਮਿਲਦਾ ਹੈ ਤਾਂ ਵੰਡ ਤੋਂ ਪਹਿਲਾਂ ਹੋਏ ਸਮਝੌਤੇ ਅਨੁਸਾਰ ਜੈਗੜ੍ਹ ਦੀ ਧਨ ਦੌਲਤ ਵਿੱਚ ਪਾਕਿਸਤਾਨ ਬਰਾਬਰ ਦਾ ਹਿੱਸੇਦਾਰ ਹੋਵੇਗਾ। ਭੁੱਟੋ ਨੇ ਇਹ ਵੀ ਲਿਖਿਆ ਕਿ ਖਜ਼ਾਨੇ ਦੀ ਭਾਲ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਹਿੱਸਾ ਦੇ ਦਿੱਤਾ ਜਾਵੇਗਾ। ਹੁਣ ਇੱਧਰ ਖੁਦਾਈ ਦਾ ਕੰਮ ਪੂਰਾ ਹੋ ਗਿਆ ਸੀ ਤੇ ਸਰਕਾਰ ਅਨੁਸਾਰ ਉਹਨਾਂ ਨੂੰ ਕੋਈ ਵੀ ਖਜ਼ਾਨਾ ਨਹੀਂ ਮਿਲਿਆ ਸੀ। ਅਗਸਤ ਵਿੱਚ ਤਾਂ ਇੰਦਰਾ ਗਾਂਧੀ ਨੇ ਭੁੱਟੋ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ, ਪਰ 31 ਦਸੰਬਰ 1976 ਨੂੰ ਇੰਦਰਾ ਗਾਂਧੀ ਨੇ ਭੁੱਟੋ ਨੂੰ ਇੱਕ ਚਿੱਠੀ ਲਿਖ ਕੇ ਜਵਾਬ ਦਿੱਤਾ ਤੇ ਲਿਖਿਆ ਕਿ ਪਾਕਿਸਤਾਨ ਦੁਆਰਾ ਕੀਤੇ ਜਾ ਰਹੇ ਦਾਅਵੇ ਦੀ ਵੈਧਤਾ ਜਾਂਚ ਲਈ ਉਹਨਾਂ ਨੇ ਚਿੱਠੀ ਕਾਨੂੰਨੀ ਮਾਹਰਾਂ ਨੂੰ ਦਿੱਤੀ ਸੀ ਤੇ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦਾ ਦਾਅਵਾ ਵੈਧ ਨਹੀਂ ਹੈਗਾ। ਤੇ ਨਾਲ ਹੀ ਲਿਖਿਆ ਕਿ ਜੈਗੜ੍ਹ ਕਿਲੇ ਵਿੱਚੋਂ ਉਹਨਾਂ ਨੂੰ ਕੋਈ ਵੀ ਖਜ਼ਾਨਾ ਨਹੀਂ ਮਿਲਿਆ। ਜੈਗੜ੍ਹ ਕਿਲੇ ਤੋਂ 7 ਕਿਲੋਮੀਟਰ ਦੂਰ ਬਣੇ ਆਮੇਰ ਕਿਲੇ ਨਾਲ ਇੱਕ ਸੁਰੰਗ ਜੁੜਦੀ ਹੈ, ਜਿਸ ਤੋਂ ਪੂਰਾ ਅੰਦਾਜ਼ਾ ਲਗਾਇਆ ਗਿਆ ਸੀ ਕਿ ਖਜ਼ਾਨਾ ਮਿਲਿਆ ਹੋ ਸਕਦਾ ਹੈ। ਕਈ ਮਹੀਨਿਆਂ ਤੱਕ ਚੱਲੀ ਇਹ ਖੁਦਾਈ ਦੌਰਾਨ ਕਿਲਿਆਂ ਦਾ ਕਾਫੀ ਨੁਕਸਾਨ ਕੀਤਾ ਗਿਆ ਸੀ, ਜਿਸ ਤੋਂ ਲੋਕਾਂ ਨੂੰ ਤੇ ਓਪੋਜੀਸ਼ਨ ਪਾਰਟੀਆਂ ਨੂੰ ਲੱਗ ਰਿਹਾ ਸੀ ਕਿ ਸਰਕਾਰ ਉਹਨਾਂ ਤੋਂ ਕਾਫੀ ਕੁਝ ਛੁਪਾ ਰਹੀ ਹੈ। ਪਰ ਦੂਸਰੀ ਸਾਈਡ ਸਰਕਾਰ ਸਾਫ਼ ਤੌਰ ਤੇ ਕਹਿ ਰਹੀ ਸੀ ਕਿ ਉਹਨਾਂ ਨੂੰ ਖਜ਼ਾਨਾ ਨਾਮ ਦੀ ਕੋਈ ਚੀਜ਼ ਨਹੀਂ ਮਿਲੀ। ਪਰ ਇੰਨਾ ਕਹਿਣ ਨਾਲ ਇਹ ਮੁੱਦਾ ਖਤਮ ਹੋਣ ਵਾਲਾ ਨਹੀਂ ਸੀ। ਲੋਕਾਂ ਨੇ ਸਵਾਲ ਉਠਾਇਆ ਕਿ ਖਜ਼ਾਨਾ ਨਹੀਂ ਮਿਲਿਆ ਤਾਂ ਗਿਆ ਕਿੱਥੇ। ਬਹੁਤ ਲੋਕਾਂ ਨੇ ਆਰਟੀਆਈ ਫਾਈਲ ਕਰਕੇ ਖਜ਼ਾਨੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮਹਿਕਮੇ ਨੇ ਹਰ ਵਾਰ ਉਹਨਾਂ ਨੂੰ ਕੋਈ ਜਾਣਕਾਰੀ ਨਾ ਹੋਣ ਦਾ ਹਵਾਲਾ ਦਿੱਤਾ। ਇਹ ਗੱਲ ਦੀ ਉਦੋਂ ਪੂਰੀ ਚਰਚਾ ਸੀ ਕਿ ਆਰਮੀ ਦੇ ਟੈਂਕਾਂ ਵਿੱਚ ਜੈਗੜ੍ਹ ਕਿਲੇ ਦਾ ਖਜ਼ਾਨਾ ਸੀ, ਪਰ ਇਹ ਗੱਲ ਦੀ ਅਸਲੀਅਤ ਬਾਰੇ ਕੋਈ ਨਹੀਂ ਜਾਣਦਾ ਤੇ ਇਹ ਇੱਕ ਰਹੱਸ ਬਣ ਗਿਆ। ਬੇਸ਼ੱਕ ਜੈਗੜ੍ਹ ਕਿਲੇ ਦੇ ਖਜ਼ਾਨੇ ਬਾਰੇ ਜ਼ਿਆਦਾ ਸਬੂਤ ਨਹੀਂ ਮਿਲੇ, ਪਰ ਇੱਕ ਸਵਾਲ ਤਾਂ ਜ਼ਰੂਰ ਆਉਂਦਾ ਹੈ ਕਿ ਜੇਕਰ ਖਜ਼ਾਨਾ ਹੈ ਸੀ ਤਾਂ ਗਿਆ ਕਿੱਥੇ। ਤਾਂ ਇਹਦੇ ਬਾਰੇ ਪਹਿਲੀ ਕਹਾਣੀ ਇਹ ਹੈ ਕਿ ਉਸ ਦਿਨ ਅਚਾਨਕ ਰਾਜਸਥਾਨ ਤੋਂ ਦਿੱਲੀ ਹਾਈਵੇ ਬੰਦ ਕੀਤਾ ਗਿਆ, ਟੈਂਕਾਂ ਵਿੱਚ ਖਜ਼ਾਨਾ ਭਰ ਕੇ ਦਿੱਲੀ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਖਜ਼ਾਨਾ ਜਹਾਜ਼ਾਂ ਰਾਹੀਂ ਸਵਿਟਜ਼ਰਲੈਂਡ ਭੇਜਿਆ ਗਿਆ। ਪਰ ਇਹ ਗੱਲਾਂ ਸਿਰਫ ਕਹਾਣੀਆਂ ਹੀ ਨੇ, ਕਿਉਂਕਿ ਇਹਨਾਂ ਦੇ ਸਬੂਤ ਕਿਸੇ ਕੋਲ ਵੀ ਨਹੀਂ ਹੈਗੇ। ਦੂਸਰੀ ਗੱਲ ਇਹ ਆਉਂਦੀ ਹੈ ਕਿ ਰਾਜਾ ਮਾਨ ਸਿੰਘ ਦਾ ਖਜ਼ਾਨਾ ਆਖਿਰ ਵਰਤਿਆ ਕਿੱਥੇ ਗਿਆ। ਤਾਂ ਉਹਦੇ ਬਾਰੇ ਇਹ ਕਿਹਾ ਜਾਂਦਾ ਕਿ ਰਾਜਾ ਜੈ ਸਿੰਘ ਦੂਸਰਾ ਨੇ ਜੈਪੁਰ ਸ਼ਹਿਰ ਬਸਾਉਣ ਲਈ ਉਹ ਖਜ਼ਾਨੇ ਦੀ ਵਰਤੋਂ ਕਰ ਲਈ ਸੀ। ਇਹ ਗੱਲਾਂ ਸੱਚ ਨੇ ਜਾਂ ਝੂਠ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਇਸੇ ਲਈ ਉਦੋਂ ਤੋਂ ਲੈ ਕੇ ਅੱਜ ਤੱਕ ਜੈਗੜ੍ਹ ਕਿਲੇ ਦਾ ਖਜ਼ਾਨਾ ਇੱਕ ਰਹੱਸ ਬਣਿਆ ਹੋਇਆ। ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸ ਸਕਦੇ ਹੋ। ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਸਕਦੇ ਹੋ। ਆਪਣੇ ਕਿਸੇ ਖਾਸ ਟੌਪਿਕ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।